ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ। ਪੰਜਾਬਣ ਦੀ ਮੌਤ ਬਾਰੇ ਬੋਲੇ ਜੌਨ ਹਾਰਗਨ, ਪਰਿਵਾਰ ਨਾਲ ਕੀਤਾ ਹਾਰਗਨ ਨੇ ਅਫਸੋਸ। ਸੜਕ ਹਾਦਸੇ ਵਿੱਚ 3 ਪੰਜਾਬੀਆਂ ਦੀ ਮੌਤ, ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ। ਬਰੈਂਪਟਨ 'ਚ ਗੋਲਕ ਚੋਰ ਕਾਬੂ, 3 ਪੰਜਾਬੀ ਗ੍ਰਿਫਤਾਰ। AIP ਰਾਹੀਂ ਅਰਜ਼ੀਆਂ ਲੈਣੀਆਂ ਜਲਦ ਸ਼ੁਰੂ, IRCC ਨੇ ਸਾਂਝੀ ਕੀਤੀ ਜਾਣਕਾਰੀ। ਕਈ ਅਫਗਾਨ ਆਏ ਕੈਨੇਡਾ, 8000 ਤੋਂ ਵੱਧ ਦਾ ਕੀਤਾ ਗਿਆ ਸਵਾਗਤ। ਪਰਮਾਣੂ ਪਲਾਂਟ ਹਮਲੇ ਬਾਰੇ ਬੋਲੇ ਟਰੂਡੋ, ਕਿਹਾ ਨਹੀਂ ਕਰਾਂਗਾ ਇਹ ਬਰਦਾਸ਼ਤ। ਪਿਛਲੇ ਦਿਨੀ ਕਿਲੋਨਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਪੰਜਾਬਣ ਦੇ ਉੱਪਰ ਹਮਲਾ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਪੰਜਾਬਣ ਦੀ ਮੌਤ ਹੋ ਗਈ। ਹੁਣ ਇਸ ਮਾਮਲੇ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹਾਰਗਨ ਬੋਲੇ ਨੇ। ਉਹਨਾਂ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਜੋ ਮਾਮਲੇ ਵੱਧ ਰਹੇ ਨੇ, ਇਹਨਾਂ ਨੂੰ ਠੱਲ ਪਾਉਣ ਦੀ ਜ਼ਰੂਰਤ ਹੈ ਤੇ ਇਸ ਦੇ ਸੰਬੰਧ ਵਿੱਚ ਉਹਨਾਂ ਵੱਲੋਂ ਹੁਣ ਕੁਝ ਉਪਰਾਲੇ ਕੀਤੇ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਤੋਂ ਜੋ ਪੰਜਾਬਣ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ, ਇਸ ਬਾਰੇ ਹੁਣ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹਾਰਗਨ ਬੋਲੇ ਨੇ। ਹਰਮਨਦੀਪ ਕੌਰ ਦੀ ਮੌਤ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਵੱਧ ਰਹੀ ਵਾਇਲੈਂਸ ਦੇ ਬਾਰੇ ਪ੍ਰੀਮੀਅਰ ਜੌਨ ਹਾਰਗਨ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪ੍ਰੀਮੀਅਰ ਜੌਨ ਹਾਰਗਨ ਦਾ ਕਹਿਣਾ ਹੈ ਕਿ ਮੈਂਟਲ ਹੈਲਥ ਇਸ਼ੂਜ਼ ਦੇ ਨਾਲ ਸੰਬੰਧਿਤ ਹੁਣ ਜ਼ਿਆਦਾ ਕੰਪਲੈਕਸ ਕੇਅਰ ਦੀ ਜ਼ਰੂਰਤ ਹੋਵੇਗੀ। ਦੱਸ ਦਈਏ ਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਹਰਮਨਦੀਪ ਕੌਰ ਦੇ ਉੱਪਰ ਇੱਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ। ਇਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ। ਇਹ ਹਮਲੇ ਦੇ ਪਿੱਛੇ ਮੈਂਟਲ ਹੈਲਥ ਨੂੰ ਕਾਰਨ ਦੱਸਿਆ ਗਿਆ। ਹੁਣ ਇਸ ਮਾਮਲੇ ਦੇ ਬਾਰੇ ਪ੍ਰੀਮੀਅਰ ਜੌਨ ਹਾਰਗਨ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਇਲਾਵਾ ਹੁਣ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਤਰ੍ਹਾਂ ਦੇ ਮਾਮਲੇ ਵੱਧ ਰਹੇ ਨੇ, ਇਸ ਬਾਰੇ ਵੀ ਜੌਨ ਹਾਰਗਨ ਬੋਲੇ ਨੇ। ਉਹਨਾਂ ਮੁਤਾਬਕ ਸੂਬੇ ਵੱਲੋਂ ਲਾਅ ਇਨਫੋਰਸਮੈਂਟ ਨਾਲ ਮਿਲ ਕੇ ਇਸ ਉੱਪਰ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਮਿਊਨਿਟੀਜ਼ ਮਿਨਿਸਟਰ ਆਫ ਮੈਂਟਲ ਹੈਲਥ ਦੇ ਨਾਲ ਵੀ ਇਸ ਬਾਰੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਪ੍ਰੀਮੀਅਰ ਜੌਨ ਹਾਰਗਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਸਿਰਫ ਕਿਲੋਨਾ ਖੇਤਰ ਵਿੱਚ ਨਹੀਂ ਬਲਕਿ ਸਾਰੇ ਬ੍ਰਿਟਿਸ਼ ਕੋਲੰਬੀਆ ਵਿੱਚ ਨੇ, ਜਿਨ੍ਹਾਂ ਉੱਪਰ ਜਲਦ ਠੱਲ ਪਾਈ ਜਾਵੇਗੀ। ਓਨਟਾਰੀਓ ਸੂਬੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ਹਾਦਸੇ ਵਿੱਚ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹਨਾਂ ਤਿੰਨਾਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਲਦ ਕੀਤੀ ਗਈ ਹੈ। ਇਸ ਹਾਦਸੇ ਦੇ ਬਾਰੇ ਬਾਕੀ ਵੀ ਡਿਟੇਲ ਦੱਸੀ ਗਈ ਤੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਵਾਸਤੇ ਫੰਡ ਰੇਜ਼ਰ ਚਲਾਇਆ ਜਾ ਰਿਹਾ ਹੈ। ਹੁਣ ਇਸ ਮਾਮਲੇ ਬਾਰੇ ਕੀ ਹੈ ਪੂਰੀ ਜਾਣਕਾਰੀ ਦੱਸਾਂਗੇ ਇਸ ਖਬਰ ਰਾਹੀਂ। ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਹੋਈ ਸੜਕ ਹਾਦਸੇ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਜੀ ਹਾਂ, ਇਹ ਮਾਮਲਾ ਓਨਟਾਰੀਓ ਸੂਬੇ ਤੋਂ ਸਾਹਮਣੇ ਆਇਆ ਜਿੱਥੇ ਹਾਈਵੇ 6 ਦੇ ਨੇੜੇ ਭਿਆਨਕ ਹਾਦਸੇ ਵਿੱਚ 3 ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ। ਇਹ ਹਾਦਸਾ ਵੈਨ ਅਤੇ ਟਰੱਕ ਦਰਮਿਆਨ ਹੋਇਆ। ਜਿਹੜੇ 3 ਪੰਜਾਬੀ ਨੌਜਵਾਨਾਂ ਦੀ ਇਸ ਦੌਰਾਨ ਜਾਨ ਚਲੀ ਗਈ, ਉਹਨਾਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਇੱਕ ਦਾ ਨਾਮ ਗੁਰਿੰਦਰਪਾਲ ਲਿੱਦਰ, ਜਿਸ ਦੀ ਉਮਰ 31 ਸਾਲ, ਦੂਸਰੇ ਦਾ ਸਨੀ ਖੁਰਾਨਾ, ਉਮਰ 24 ਸਾਲ। ਇਸ ਤੋਂ ਬਾਅਦ ਕਿਰਨਪ੍ਰੀਤ ਗਿੱਲ, ਜਿਸ ਦੀ ਉਮਰ 22 ਸਾਲ ਦੇ ਕਰੀਬ ਦੱਸੀ ਗਈ ਹੈ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਵੀ ਸਖਤ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਹਾਦਸੇ ਵਿੱਚ 2 ਜਾਣਿਆਂ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ ਅਤੇ ਇੱਕ ਜਾਣੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਜਿਹੜੇ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ, ਉਹਨਾਂ ਵਿੱਚੋਂ ਇੱਕ ਕਿਰਨਦੀਪ ਵਾਸਤੇ ਫੰਡ ਰੇਜ਼ਰ ਵੀ ਚਲਾਇਆ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਕਿਰਨਦੀਪ ਦੀ ਉਮਰ 24 ਸਾਲ ਦੇ ਕਰੀਬ ਸੀ ਤੇ ਉਹ ਜਲੰਧਰ ਨਾਲ ਸੰਬੰਧਿਤ ਹੈ। ਕਿਰਨਦੀਪ 2017 ਦੌਰਾਨ ਕੈਨੇਡਾ ਵਿੱਚ ਬਤੌਰ ਸਟੂਡੈਂਟ ਆਇਆ ਸੀ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਪੰਜਾਬੀ ਨੌਜਵਾਨ ਦਾ ਕੁਝ ਹੀ ਦਿਨਾਂ ਵਿੱਚ ਵਿਆਹ ਹੋਣ ਵਾਲਾ ਸੀ। ਹੁਣ ਇਹ ਖਬਰ ਕੈਨੇਡਾ ਤੋਂ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਗੋਲਕ ਚੋਰੀ ਕਰਨ ਆਏ 3 ਜਾਣੇ ਕਾਬੂ ਕਰ ਲਏ ਗਏ। ਪੀਲ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਤਿੰਨੋਂ ਜਾਣੇ ਪੰਜਾਬੀ ਨੇ, ਜਿਨ੍ਹਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਮਾਮਲਾ ਬ੍ਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਗੋਲਕ ਚੋਰੀ ਕਰਨ ਆਏ ਕਾਬੂ ਕਰ ਲਏ ਗਏ। ਜੀ ਹਾਂ, ਇਹ ਘਟਨਾ ਬ੍ਰੈਂਪਟਨ ਅਤੇ ਮਿਸੀਸਾਗਾ ਨਾਲ ਸੰਬੰਧਿਤ ਹੈ, ਜਿੱਥੇ ਧਾਰਮਿਕ ਸਥਾਨ ਜਿਵੇਂ ਕਿ ਗੁਰਦੁਆਰਾ ਤੇ ਮੰਦਿਰ ਵਿੱਚ ਗੋਲਕਾਂ 'ਚੋਂ ਚੜਾਵਾ ਚੋਰੀ ਕਰਨ ਦੇ ਦੋਸ਼ ਹੇਠ ਬ੍ਰੈਂਪਟਨ ਨਾਲ ਸੰਬੰਧਿਤ ਕਈ ਜਾਣੇ ਪੁਲਿਸ ਵੱਲੋਂ ਗ੍ਰਿਫਤਾਰ ਅਤੇ ਚਾਰਜ ਕੀਤੇ ਗਏ ਨੇ। ਇਹਨਾਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਇੱਕ ਦਾ ਨਾਮ ਗੁਰਸ਼ਰਨਜੀਤ ਢੀਂਡਸਾ, ਜਿਸ ਦੀ ਉਮਰ 31 ਸਾਲ, ਦੂਸਰੇ ਦਾ ਜਗਦੀਸ਼ ਪੰਦੇਰ, ਜਿਸ ਦੀ ਉਮਰ 39 ਸਾਲ ਅਤੇ ਪਰਮਿੰਦਰ ਸਿੰਘ, ਜਿਸ ਦੀ ਉਮਰ 42 ਸਾਲ ਦੇ ਕਰੀਬ ਦੱਸੀ ਗਈ। ਉਹਨਾਂ ਨੂੰ ਪੀਲ ਪੁਲਿਸ ਵੱਲੋਂ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹਨਾਂ ਉੱਪਰ 78 ਚਾਰਜਸ ਲਗਾਏ ਗਏ ਹਨ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਗੋਲਕ ਚੋਰੀ ਦੀਆਂ ਵਾਰਦਾਤਾਂ ਨਵੰਬਰ 2021 ਤੋਂ ਮਾਰਚ 2022 ਦੌਰਾਨ ਵਾਪਰੀਆਂ। IRCC ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਐਟਲਾਂਟਿਕ ਪ੍ਰੋਗਰਾਮ ਦੇ ਜ਼ਰੀਏ ਅਰਜ਼ੀਆਂ ਲੈਣ ਦੀ ਜਲਦ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇੱਕ ਹੋਰ ਪ੍ਰੋਗਰਾਮ ਦੇ ਰਾਹੀਂ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ ਜਾਣਗੀਆਂ। ਇਹ ਵੀ IRCC ਵਿਭਾਗ ਵੱਲੋਂ ਦੱਸਿਆ ਗਿਆ।
ਹੁਣ ਤੁਹਾਨੂੰ ਇਸ ਖਬਰ ਵਿੱਚ ਜਾਣਕਾਰੀ ਦੇਵਾਂਗੇ ਕਿ ਕਿਵੇਂ ਤੁਸੀਂ ਐਟਲਾਂਟਿਕ ਪ੍ਰੋਗਰਾਮ ਵਾਸਤੇ ਅਪਲਾਈ ਕਰ ਸਕਦੇ ਹੋ। ਪਰਮਨੈਂਟ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਵਾਸਤੇ ਅਰਜ਼ੀਆਂ ਲੈਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਵਿੱਚ ਅਰਜ਼ੀਆਂ 6 ਮਾਰਚ 2022 ਤੋਂ ਲਈਆਂ ਜਾਣਗੀਆਂ। ਇਸ ਬਾਰੇ IRCC ਵੱਲੋਂ ਇੱਕ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਵਿਭਾਗ ਦਾ ਕਹਿਣਾ ਹੈ ਕਿ ਮਾਰਚ 5 ਤੋਂ ਫਾਰਮਰ ਪਾਇਲਟ ਪ੍ਰੋਗਰਾਮ ਵਾਸਤੇ ਅਰਜ਼ੀਆਂ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਉਹ ਜ਼ਰੀਆ ਹੈ ਜਿੱਥੇ ਸਕਿਲਡ ਫੋਰਨ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ PR ਹਾਸਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਵਾਸਤੇ ਜ਼ਰੂਰੀ ਹੈ ਕਿ ਉਹ ਕੈਨੇਡਾ ਦੇ 4 ਐਟਲਾਂਟਿਕ ਪ੍ਰੋਵਿੰਸਸ ਵਿੱਚੋਂ ਕਿਸੇ ਇੱਕ ਵਿੱਚ 4 ਸਾਲਾਂ ਤੋਂ ਰਹਿ ਰਹੇ ਹਨ। IRCC ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਇਨ੍ਹਾਂ ਪ੍ਰੋਗਰਾਮਾਂ ਵਾਸਤੇ $1,325 ਫੀਸ ਹੈ ਤੇ ਇਸ ਦਾ ਪ੍ਰੋਸੈਸਿੰਗ ਸਮਾਂ 12 ਮਹੀਨੇ ਦਾ ਹੈ। ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਵਾਸਤੇ ਐਲੀਜੀਬਲ ਹੋਣ ਵਾਸਤੇ ਕੁਝ ਸ਼ਰਤਾਂ ਵੀ ਨੇ। ਅਪਲਾਈ ਕਰਨ ਵਾਲੇ ਕੋਲ ਕੁਆਲੀਫਾਈਂਗ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਐਜੂਕੇਸ਼ਨਲ ਰਿਕੁਆਇਰਮੈਂਟਸ ਨੂੰ ਪੂਰਾ ਕਰਨਾ ਜ਼ਰੂਰੀ ਹੈ। ਲੈਂਗੁਏਜ ਰਿਕੁਆਇਰਮੈਂਟ ਪੂਰੀ ਕਰਨੀ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਸ਼ੋਅ ਕਰਨਾ ਹੋਵੇਗਾ ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਪੋਰਟ ਕਰ ਸਕੋਗੇ। ਜਿਹੜੇ ਇਸ ਸਭ ਵਾਸਤੇ ਐਲੀਜੀਬਲ ਨੇ ਉਹ ਇਸ ਪ੍ਰੋਗਰਾਮ ਦੇ ਤਹਿਤ ਅਪਲਾਈ ਕਰ ਸਕਣਗੇ। IRCC ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹੁਣ ਤੱਕ ਕੈਨੇਡਾ ਵਿੱਚ ਕਈ ਅਫਗਾਨ ਰਿਫਿਊਜੀਜ਼ ਆ ਚੁੱਕੇ ਨੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਅਫਗਾਨ ਰਿਫਿਊਜੀਜ਼ ਨੂੰ ਕੈਨੇਡਾ ਵਿੱਚ ਸੈਟਲ ਕਰਨ ਲਈ ਇੱਕ ਪ੍ਰੋਗਰਾਮ ਚਲਾਇਆ ਗਿਆ ਸੀ। ਇਸੇ ਸਪੈਸ਼ਲ ਪ੍ਰੋਗਰਾਮ ਤਹਿਤ ਹੁਣ ਤੱਕ 8000 ਤੋਂ ਵੱਧ ਅਫਗਾਨ ਰਿਫਿਊਜੀਜ਼ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾ ਚੁੱਕਿਆ ਹੈ। IRCC ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕੈਨੇਡਾ ਵੱਲੋਂ ਹੁਣ ਤੱਕ 8580 ਅਫਗਾਨਸ ਦਾ ਸਵਾਗਤ ਕੀਤਾ ਜਾ ਚੁੱਕਿਆ ਹੈ। ਇਹ ਸਵਾਗਤ IRCC ਵੱਲੋਂ ਸਪੈਸ਼ਲ ਇਮੀਗ੍ਰੇਸ਼ਨ ਪ੍ਰੋਗਰਾਮ ਜ਼ਰੀਏ ਕੀਤਾ ਗਿਆ। ਦੱਸ ਦਈਏ ਕਿ ਕੈਨੇਡਾ ਦੀ ਸਰਕਾਰ ਵੱਲੋਂ 40000 ਅਫਗਾਨ ਨੈਸ਼ਨਲਸ ਨੂੰ ਕੈਨੇਡਾ ਵਿੱਚ ਸੈਟਲ ਕਰਨ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 8580 ਅਫਗਾਨ ਰਿਫਿਊਜੀਜ਼ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਹਫ਼ਤੇ ਹੋਰ ਵੀ ਅਫਗਾਨ ਰਿਫਿਊਜੀਜ਼ ਕੈਨੇਡਾ ਆਉਂਦੇ ਰਹਿਣਗੇ। ਕੈਨੇਡਾ ਵੱਲੋਂ ਲਗਾਤਾਰ ਇਸ ਚੀਜ਼ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਕਿ ਅਫਗਾਨਸ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇ। ਐਜੂਕੇਸ਼ਨਲ ਅਦਾਰੇ ਇਸ ਚੀਜ਼ ਨੂੰ ਲੈ ਕੇ ਮਦਦ ਕਰ ਰਹੇ ਨੇ ਕਿ ਨਿਊ ਕਮਰਸ ਇੱਥੇ ਆਪਣੇ ਕੈਰੀਅਰ ਟ੍ਰੇਨਿੰਗ ਪ੍ਰੋਗਰਾਮ ਦੀ ਚੋਣ ਕਰ ਸਕਣ। ਪਿਛਲੇ ਮਹੀਨੇ CDI ਕਾਲਜ ਵੱਲੋਂ ਇੱਕ ਸਪੈਸ਼ਲਾਈਜ਼ਡ ਟਿਊਸ਼ਨ ਬਰਸਰੀ ਪ੍ਰੋਗਰਾਮ ਫਾਰ ਰਿਫਿਊਜੀਜ਼ ਲਿਆਂਦਾ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਵੈਸਟਰਨ ਯੂਨੀਵਰਸਿਟੀ ਇਨ ਲੰਡਨ ਓਨਟਾਰੀਓ ਵੱਲੋਂ ਨਿਊ ਸਕਾਲਰਸ਼ਿਪਸ ਫਾਰ ਅਫਗਾਨ ਸਟੂਡੈਂਟਸ ਲਿਆਂਦਾ ਗਿਆ ਹੈ, ਜਿਸ ਨਾਲ ਟਿਊਸ਼ਨ ਫੀਸ ਅਤੇ ਹੋਰ ਕਈ ਐਕਸਪੈਂਸਸ ਕਵਰ ਹੋਣਗੇ। ਲੰਡਨ ਓਨਟਾਰੀਓ ਦੇ ਇੱਕ ਹੋਰ ਕਾਲਜ ਵੱਲੋਂ ਟਿਊਸ਼ਨ ਫੀਸ ਆਫਰ ਕੀਤੀ ਜਾ ਰਹੀ ਹੈ। ਇਹ ਅਫਗਾਨ ਤੋਂ ਆਉਣ ਵਾਲੇ 5 ਵਿਦਿਆਰਥੀਆਂ ਲਈ ਹੈ। ਮਾਊਂਟ ਐਲੀਜਨ ਯੂਨੀਵਰਸਿਟੀ ਨਿਊ ਬਰਨਸਵਿਕ ਵੱਲੋਂ ਫਾਲ 2022 ਦੌਰਾਨ ਰਿਫਿਊਜੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਜਾਵੇਗਾ। ਰੂਸ ਵੱਲੋਂ ਅੱਜ ਜੋ ਪਰਮਾਣੂ ਪਲਾਂਟ ਦੇ ਉੱਪਰ ਹਮਲਾ ਕੀਤਾ ਗਿਆ, ਇਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ। ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤੇ ਰਸ਼ੀਆ ਨੂੰ ਇਹ ਹੁਣ ਬੰਦ ਕਰ ਦੇਣਾ ਚਾਹੀਦਾ ਹੈ। ਰਸ਼ੀਆ ਵੱਲੋਂ ਯੂਕਰੇਨ ਦੇ ਜੋ ਨਿਊਕਲੀਅਰ ਪਾਵਰ ਪਲਾਂਟ ਉੱਪਰ ਹਮਲਾ ਕੀਤਾ ਗਿਆ, ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਜੀ ਹਾਂ, ਨਿਊਕਲੀਅਰ ਪਾਵਰ ਪਲਾਂਟ ਦੇ ਉੱਪਰ ਜੋ ਰਸ਼ੀਆ ਵੱਲੋਂ ਹਮਲਾ ਕੀਤਾ ਗਿਆ, ਇਸ ਬਾਰੇ ਕੈਨੇਡਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ। ਉਨ੍ਹਾਂ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਵੀ ਗੱਲਬਾਤ ਕੀਤੀ ਗਈ। ਟਰੂਡੋ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਰਸ਼ੀਆ ਨੂੰ ਜਲਦ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਇਸ ਮਾਮਲੇ ਦੇ ਸੰਬੰਧ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ। ਜ਼ਿਕਰਯੋਗ ਹੈ ਕਿ ਰਸ਼ੀਆ ਵੱਲੋਂ ਯੂਕਰੇਨ ਦੇ ਪਾਵਰ ਪਲਾਂਟ ਦੇ ਉੱਪਰ ਹਮਲਾ ਕੀਤਾ ਗਿਆ, ਪਰ ਇਸ ਦੌਰਾਨ ਰੇਡੀਏਸ਼ਨ ਤੋਂ ਬਚਾ ਰਿਹਾ। ਰੂਸ ਦੀਆਂ ਫੌਜਾਂ ਵੱਲੋਂ ਯੂਕਰੇਨ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਉੱਪਰ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਪਲਾਂਟ ਦੇ ਇੱਕ ਹਿੱਸੇ ਵਿੱਚ ਅੱਗ ਲੱਗ ਗਈ, ਪਰ ਯੂਕਰੇਨੀ ਫਾਇਰ ਫਾਈਟਰਸ ਵੱਲੋਂ ਇਸ ਅੱਗ ਨੂੰ ਬਚਾ ਲਿਆ ਗਿਆ। ਸੰਯੁਕਤ ਰਾਸ਼ਟਰ ਅਤੇ ਯੂਕਰੇਨੀ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪਰਮਾਣੂ ਪਲਾਂਟ ਹਮਲੇ ਦੌਰਾਨ ਕੋਈ ਵੀ ਰੇਡੀਏਸ਼ਨ ਜਾਰੀ ਨਹੀਂ ਹੋਇਆ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦਾ ਇਸ ਬਾਰੇ ਕਹਿਣਾ ਹੈ ਕਿ ਰੂਸੀ ਮਿਸਾਈਲ ਪਲਾਂਟ ਦੇ ਟ੍ਰੇਨਿੰਗ ਸੈਂਟਰ ਵਿੱਚ ਆ ਕੇ ਵੱਜੀ। ਏਜੰਸੀ ਨੇ ਕਿਹਾ ਹੈ ਕਿ ਰੂਸੀ ਸੈਨਿਕਾਂ ਨੇ ਪਲਾਂਟ ਤੇ ਕੰਟਰੋਲ ਕਰ ਲਿਆ, ਪਰ ਪਲਾਂਟ ਨੂੰ ਅਜੇ ਵੀ ਯੂਕਰੇਨੀ ਸਟਾਫ ਵੱਲੋਂ ਹੀ ਆਪਰੇਟ ਕੀਤਾ ਜਾ ਰਿਹਾ ਹੈ। ਪਰਮਾਣੂ ਪਲਾਂਟ ਤੇ ਹੋਏ ਇਸ ਹਮਲੇ ਵਿੱਚ 2 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਮਾਮਲੇ ਸੰਬੰਧੀ ਜਿਹੜੀਆਂ ਸ਼ੁਰੂਆਤੀ ਰਿਪੋਰਟਾਂ ਸਾਹਮਣੇ ਆਈਆਂ, ਉਸ ਵਿੱਚ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪਲਾਂਟ ਵਿੱਚ ਇੱਕ ਥਾਂ ਤੇ ਅੱਗ ਲੱਗੀ ਜਾਂ ਫਿਰ 2 ਥਾਵਾਂ ਅੱਗ ਦੀ ਲਪੇਟ ਵਿੱਚ ਆਈਆਂ। ਪਰਮਾਣੂ ਪਲਾਂਟ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਰੂਸੀ ਹਮਲੇ ਵਿੱਚ ਇੱਕ ਨੰਬਰ ਰਿਐਕਟਰ ਨੂੰ ਅੱਗ ਲੱਗੀ ਹੈ, ਪਰ ਇਸ ਨੂੰ ਅਜੇ ਮੁਰੰਮਤ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਪ੍ਰਸ਼ਾਸਨਿਕ ਟ੍ਰੇਨਿੰਗ ਬਿਲਡਿੰਗ ਨੂੰ ਵੀ ਅੱਗ ਲੱਗਣ ਦੀ ਗੱਲ ਕਹੀ ਗਈ। ਯੂਕਰੇਨ ਅਤੇ ਰਸ਼ੀਆ ਵਿਚਕਾਰ ਇਸ ਸਮੇਂ ਜੋ ਜੰਗ ਚੱਲ ਰਹੀ ਹੈ, ਇਸ ਦਰਮਿਆਨ ਨਾਟੋ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਨਾਟੋ ਵੱਲੋਂ ਯੂਕਰੇਨ ਨੂੰ ਨੋ ਫਲਾਈ ਜ਼ੋਨ ਏਰੀਆ ਐਲਾਨਣ ਤੋਂ ਇਨਕਾਰ ਕਰ ਦਿੱਤਾ ਗਿਆ। ਨਾਟੋ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਜੰਗ ਵਿੱਚ ਅਜੇ ਫਿਲਹਾਲ ਕੋਈ ਰੋਲ ਨਹੀਂ ਹੈ। ਦੱਸ ਦਈਏ ਕਿ ਯੂਕਰੇਨ ਅਤੇ ਰਸ਼ੀਆ ਵਿਚਕਾਰ ਕਾਫੀ ਦਿਨਾਂ ਤੋਂ ਜੰਗ ਚੱਲ ਰਹੀ ਹੈ। ਰਸ਼ੀਆ ਵੱਲੋਂ ਲਗਾਤਾਰ ਯੂਕਰੇਨ ਦੇ ਕਈ ਸ਼ਹਿਰਾਂ ਤੇ ਹਮਲੇ ਕੀਤੇ ਜਾ ਰਹੇ ਨੇ। ਯੂਕਰੇਨ ਅਤੇ ਰਸ਼ੀਆ ਦੀ ਜੰਗ ਵਿਚਕਾਰ ਨਾਟੋ ਦਾ ਇੱਕ ਵਾਰ ਫਿਰ ਤੋਂ ਬਿਆਨ ਸਾਹਮਣੇ ਆਇਆ। ਨਾਟੋ ਦਾ ਇਸ ਬਾਰੇ ਕਹਿਣਾ ਹੈ ਕਿ ਅਸੀਂ ਇਸ ਜੰਗ ਦਾ ਹਿੱਸਾ ਨਹੀਂ। ਪਰ ਨਾਟੋ ਵੱਲੋਂ ਯੂਕਰੇਨ ਨੂੰ ਨੋ ਫਲਾਈ ਜ਼ੋਨ ਐਲਾਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਾਰੇ ਨਾਟੋ ਦਾ ਕਹਿਣਾ ਹੈ ਕਿ ਅਜਿਹੇ ਕਦਮ ਨਾਲ ਫਿਲਹਾਲ ਰੂਸ ਅਤੇ ਗੁਆਂਢੀ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਪੂਰੇ ਯੂਰਪ ਵਿੱਚ ਫੈਲ ਜਾਵੇਗੀ। ਪਰ ਨਾਟੋ ਨੇ ਯੂਕਰੇਨ ਨੂੰ ਭੇਜੀ ਜਾਣ ਵਾਲੀ ਮਦਦ ਵਿੱਚ ਵਾਧਾ ਕਰਨ ਦਾ ਜ਼ਿਕਰ ਕੀਤਾ ਹੈ। ਯੂਕਰੇਨ ਯੂਰਪੀਅਨ ਯੂਨੀਅਨ ਅਤੇ ਨਾਟੋ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ। ਸੰਕਟ ਦੇ ਸਮੇਂ ਵਿੱਚ ਇੱਕ ਦੂਸਰੇ ਦੀ ਰਾਖੀ ਕਰਨਾ ਇਹਨਾਂ ਸਮੂਹਾਂ ਦੀ ਬੁਨਿਆਦੀ ਸਿਧਾਂਤਾਂ ਵਿੱਚ ਸ਼ਾਮਲ ਹੈ। ਨਾਟੋ ਦੇ ਸੈਕਟਰੀ ਜਨਰਲ ਨੇ ਕਿਹਾ ਕਿ ਅਸੀਂ ਇਸ ਜੰਗ ਦਾ ਹਿੱਸਾ ਨਹੀਂ ਹਾਂ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਤੇ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਨੇ। ਇੱਥੇ ਬੰਬਾਰੀ ਕੀਤੀ ਜਾ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਈ ਦਿਨਾਂ ਤੋਂ ਪੱਛਮੀ ਦੇਸ਼ਾਂ ਨੂੰ ਯੂਕਰੇਨ ਉੱਪਰ ਨੋ ਫਲਾਈ ਜ਼ੋਨ ਐਲਾਨਣ ਦੀ ਮੰਗ ਕੀਤੀ ਸੀ। ਰੂਸ ਉੱਪਰ ਆਰਥਿਕ ਪਾਬੰਦੀਆਂ ਅਤੇ ਯੂਕਰੇਨ ਨੂੰ ਹਥਿਆਰ ਅਤੇ ਜੰਗੀ ਸਮਾਨ ਭੇਜਦੇ ਉਸ ਦੀ ਮਦਦ ਕੀਤੀ ਜਾ ਰਹੀ ਹੈ, ਪਰ ਨਾਟੋ ਨੇ ਫੌਜੀ ਕਾਰਵਾਈ ਦੀ ਮਦਦ ਨਹੀਂ ਕੀਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਗਿਆ ਕਿ ਨਾਟੋ ਦੇ ਵਿਦੇਸ਼ ਮੰਤਰੀਆਂ ਨੂੰ ਪੁਤਿਨ ਦੁਆਰਾ ਯੂਕਰੇਨ ਨੂੰ ਸੀਰੀਆ ਵਿੱਚ ਤਬਦੀਲ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਇੱਕ ਟਵਿੱਟਰ ਪੋਸਟ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕਿ ਬਹੁਤ ਦੇਰ ਹੋ ਜਾਣ ਤੋਂ ਪਹਿਲਾਂ ਹੁਣੇ ਕਾਰਵਾਈ ਕਰੋ। ਰੂਸ ਵੱਲੋਂ ਯੂਕਰੇਨ ਵਿੱਚ ਪਰਮਾਣੂ ਪਲਾਂਟ ਦੇ ਉੱਪਰ ਹਮਲਾ ਕੀਤਾ ਗਿਆ, ਜਿਸ ਬਾਰੇ ਲਗਾਤਾਰ ਅੱਜ ਜਾਣਕਾਰੀ ਸਾਹਮਣੇ ਆ ਰਹੀ ਹੈ। ਪਰ ਇੱਥੇ ਰਾਹਤ ਦੀ ਖਬਰ ਇਹ ਰਹੀ ਕਿ ਰੇਡੀਏਸ਼ਨ ਤੋਂ ਬਚਾ ਰਿਹਾ। ਹੁਣ ਯੂਕਰੇਨ ਤੋਂ ਵੀ ਲਗਾਤਾਰ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇੱਥੇ ਮੌਜੂਦਾ ਕੀ ਹਾਲਾਤ ਬਣੇ ਹੋਏ ਨੇ। ਇਸ ਸਮੇਂ ਰਸ਼ੀਆ ਤੇ ਯੂਕਰੇਨ ਵਿਚਕਾਰ ਜੋ ਜੰਗ ਚੱਲ ਰਹੀ ਹੈ, ਉਸ ਦੇ ਤਾਜ਼ਾ ਹਾਲਾਤ ਸਾਹਮਣੇ ਆਏ ਨੇ। ਤਾਜ਼ਾ ਜਾਣਕਾਰੀ ਮੁਤਾਬਕ ਰੂਸ ਵੱਲੋਂ ਯੂਕਰੇਨ ਦੇ ਪਰਮਾਣੂ ਪਲਾਂਟ ਤੇ ਹਮਲਾ ਕੀਤਾ ਗਿਆ ਹੈ, ਪਰ ਇਸ ਦੌਰਾਨ ਰੇਡੀਏਸ਼ਨ ਜਾਰੀ ਹੋਣ ਤੋਂ ਬਚਾ ਰਿਹਾ। ਰੂਸ ਦੀਆਂ ਫੌਜਾਂ ਵੱਲੋਂ ਯੂਕਰੇਨ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ ਪਲਾਂਟ ਦੇ ਇੱਕ ਹਿੱਸੇ ਵਿੱਚ ਅੱਗ ਲੱਗ ਗਈ, ਪਰ ਯੂਕਰੇਨੀ ਫਾਇਰ ਫਾਈਟਰਸ ਇਸ ਅੱਗ ਨੂੰ ਬੁਝਾਉਣ ਵਿੱਚ ਸਫਲ ਰਹੇ। ਸੰਯੁਕਤ ਰਾਸ਼ਟਰ ਅਤੇ ਯੂਕਰੇਨੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਰਮਾਣੂ ਪਲਾਂਟ ਹਮਲੇ ਦੌਰਾਨ ਕੋਈ ਰੇਡੀਏਸ਼ਨ ਜਾਰੀ ਨਹੀਂ ਹੋਈ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦਾ ਇਸ ਬਾਰੇ ਕਹਿਣਾ ਹੈ ਕਿ ਰੂਸੀ ਮਿਜ਼ਾਈਲ ਪਲਾਂਟ ਦੇ ਟ੍ਰੇਨਿੰਗ ਸੈਂਟਰ ਵਿੱਚ ਆ ਕੇ ਵੱਜੀ ਸੀ। ਏਜੰਸੀ ਨੇ ਇਹ ਵੀ ਕਿਹਾ ਕਿ ਰੂਸੀ ਸੈਨਿਕਾਂ ਨੇ ਪਲਾਂਟ ਤੇ ਕੰਟਰੋਲ ਕਰ ਲਿਆ, ਪਰ ਪਲਾਂਟ ਨੂੰ ਅਜੇ ਵੀ ਯੂਕਰੇਨੀ ਸਟਾਫ ਆਪਰੇਟ ਕਰ ਰਿਹਾ ਹੈ। ਇਸ ਨਾਲ ਹੀ ਦੱਸ ਦਈਏ ਕਿ ਪਰਮਾਣੂ ਪਲਾਂਟ ਤੇ ਹੋਏ ਇਸ ਹਮਲੇ ਵਿੱਚ 2 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਇਸ ਬਾਰੇ ਜਿਹੜੀਆਂ ਸ਼ੁਰੂਆਤੀ ਰਿਪੋਰਟਾਂ ਸਾਹਮਣੇ ਆਈਆਂ ਨੇ, ਉਸ ਵਿੱਚ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪਲਾਂਟ ਵਿੱਚ ਇੱਕ ਥਾਂ ਤੇ ਅੱਗ ਲੱਗੀ ਜਾਂ ਫਿਰ 2 ਥਾਵਾਂ ਅੱਗ ਦੀ ਲਪੇਟ ਵਿੱਚ ਸਨ। ਪਰਮਾਣੂ ਪਲਾਂਟ ਦੇ ਬੁਲਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਰੂਸੀ ਹਮਲੇ ਵਿੱਚ 1 ਨੰਬਰ ਰੇਡੀਏਟਰ ਨੂੰ ਅੱਗ ਲੱਗੀ ਹੈ, ਪਰ ਮੁਰੰਮਤ ਅਧੀਨ ਹੋਣ ਕਰਕੇ ਇਹ ਰਿਐਕਟਰ ਕੰਮ ਨਹੀਂ ਕਰ ਰਿਹਾ ਸੀ। ਨਾਲ ਹੀ ਪ੍ਰਸ਼ਾਸਨਿਕ ਟ੍ਰੇਨਿੰਗ ਬਿਲਡਿੰਗ ਨੂੰ ਵੀ ਅੱਗ ਲੱਗਣ ਦੀ ਗੱਲ ਕਹੀ ਗਈ ਸੀ। Where we have contacts at the moment and permanently through the night. So as you have been informed, overnight a projectile hit a building within the plant site, within the site of the plant. This building, I should repeat, is not part of the reactor, is none of the reactors, is a training adjacent construction facility to the reactors. This caused a localized fire which was extinguished by the local fire brigade at the plant. So it's important to say that all the safety systems of the 6 reactors at the plant were not affected at all, and that there has been no release of radioactive material. No release of radioactive material. Importantly, in this regard, is the radiation monitoring systems. So the systems we have to measure the radiation are fully functional as well. However, as you can imagine, the operator and the regulator have been telling us that the situation is
naturally continues to be extremely tense and challenging. ਓਨਟਾਰੀਓ ਦੀ ਸਾਬਕਾ ਪ੍ਰੀਮੀਅਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਇਹ ਐਲਾਨ ਰਾਜਨੀਤੀ ਨਾਲ ਜੁੜਿਆ ਹੋਇਆ ਹੈ। ਸਾਬਕਾ ਪ੍ਰੀਮੀਅਰ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਕਾਫੀ ਵਿਚਾਰ ਸਾਂਝੇ ਕੀਤੇ ਗਏ। ਓਨਟਾਰੀਓ ਡਿਪਟੀ ਪ੍ਰੀਮੀਅਰ ਹੁਣ ਸਿਆਸਤ ਤੋਂ ਸੰਨਿਆਸ ਲੈਣ ਜਾ ਰਹੇ ਹਨ। ਜੀ ਹਾਂ, ਖੁਦ ਉਹਨਾਂ ਵੱਲੋਂ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਪੁਸ਼ਟੀ ਕੀਤੀ ਗਈ। ਓਨਟਾਰੀਓ ਦੀ ਡਿਪਟੀ ਪ੍ਰੀਮੀਅਰ ਅਤੇ ਹੈਲਥ ਮਿਨਿਸਟਰ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਸਿਆਸਤ ਤੋਂ ਹੁਣ ਸੰਨਿਆਸ ਲੈਣ ਜਾ ਰਹੇ ਨੇ। ਉਹਨਾਂ ਵੱਲੋਂ ਕਿਹਾ ਗਿਆ ਕਿ ਆਪਣੇ ਪਰਿਵਾਰ ਨਾਲ ਕੀਤੇ ਗਹਿਰੇ ਸੋਚ ਵਿਚਾਰ ਤੋਂ ਬਾਅਦ ਹੀ ਉਹਨਾਂ ਨੇ ਜੂਨ ਵਿੱਚ ਹੋਣ ਵਾਲੀਆਂ ਅਗਲੀਆਂ ਸੂਬਾਈ ਚੋਣਾਂ ਵਿੱਚ ਦੁਬਾਰਾ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। 2018 ਵਿੱਚ ਪੀਸੀ ਪਾਰਟੀ ਤੋਂ ਸੱਤਾ ਵਿੱਚ ਆਉਣ ਤੋਂ ਬਾਅਦ ਹੈਲਥ ਮਿਨਿਸਟਰ ਦਾ ਅਹੁਦਾ ਸੰਭਿਆ ਗਿਆ। ਕੋਵਿਡ-19 ਪੈਂਡੇਮਿਕ ਦੌਰਾਨ ਸਾਬਕਾ ਪ੍ਰੀਮੀਅਰ ਸਰਕਾਰ ਦੀ ਕਾਰਗੁਜ਼ਾਰੀ ਅਤੇ ਰਿਸਪੌਂਸ ਦੇ ਅਹਿਮ ਚਿਹਰਿਆਂ ਵਿੱਚੋਂ ਇੱਕ ਸਨ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪ੍ਰੀਮੀਅਰ ਫੋਰਡ ਨੇ ਉਨ੍ਹਾਂ ਨੂੰ ਸਪ੍ਰਿੰਗ ਸੀਜ਼ਨ ਤੱਕ ਹੈਲਥ ਮਿਨਿਸਟਰ ਦੇ ਅਹੁਦੇ ਤੇ ਬਰਕਰਾਰ ਰਹਿਣ ਲਈ ਆਖਿਆ ਹੈ, ਜਿਸ ਲਈ ਉਹ ਸਹਿਮਤ ਹੋ ਗਏ ਨੇ। ਹੁਣ ਇੱਥੋਂ ਦੇ ਜਾਣੀ ਕਿ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਸਾਬਕਾ ਪ੍ਰੀਮੀਅਰ ਨੂੰ ਕਰੀਬੀ ਦੋਸਤ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣੀ ਹੈਲਥ ਮਿਨਿਸਟਰ ਦੇ ਅਹੁਦੇ ਤੇ ਰਹਿੰਦਿਆਂ ਇੱਜ਼ਤ ਮਾਣ ਨਾਲ ਕੰਮ ਕੀਤਾ ਗਿਆ। ਦੱਸ ਦਈਏ ਕਿ ਕ੍ਰਿਸਟੀਨ ਫੋਰਡ ਕੈਬਨਿਟ 'ਚ ਅਗਲੀਆਂ ਚੋਣਾਂ ਵਿੱਚ ਹਿੱਸਾ ਨਾ ਲੈਣ ਵਾਲੀ ਦੂਸਰੀ ਹਾਈ ਪ੍ਰੋਫਾਈਲ ਮੈਂਬਰ ਹਨ। ਇਸ ਤੋਂ ਪਹਿਲਾਂ ਜਨਵਰੀ ਵਿੱਚ ਰੌਡ ਫਿਲਿਪਸ ਨੇ ਵੀ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਰੌਡ ਫਿਲਿਪਸ ਓਨਟਾਰੀਓ ਦੇ ਲੌਂਗ ਟਰਮ ਕੇਅਰ ਮਿਨਿਸਟਰ ਸਨ ਅਤੇ ਉਹ ਪ੍ਰੋਵਿੰਸ ਦੇ ਫਾਈਨਾਂਸ ਮਿਨਿਸਟਰ ਵੀ ਰਹਿ ਚੁੱਕੇ ਨੇ। 2018 ਦੀ ਓਨਟਾਰੀਓ ਪੀਸੀ ਲੀਡਰਸ਼ਿਪ ਰੇਸ ਵਿੱਚ ਡਗਫੋਰਡ ਬਹੁਤ ਮਾਮੂਲੀ ਫਰਕ ਨਾਲ ਕ੍ਰਿਸਟੀਨ ਤੋਂ ਜਿੱਤੇ ਸਨ। ਹਾਲਾਂਕਿ ਜ਼ਿਆਦਾ ਮੈਂਬਰਾਂ ਨੇ ਐਲੀਅਟ ਨੂੰ ਵੋਟ ਪਾਈ ਸੀ, ਪਰ ਪਾਰਟੀ ਨੇ ਪੁਆਇੰਟ ਸਿਸਟਮ ਦੀ ਵਜ੍ਹਾ ਕਰਕੇ ਡਗਫੋਰਡ ਨੂੰ ਇਸ ਅਹੁਦੇ ਦੇ ਉੱਪਰ ਰੱਖਿਆ ਸੀ। ਸਾਬਕਾ ਪ੍ਰੀਮੀਅਰ ਵੱਲੋਂ 3 ਵਾਰੀ ਲੀਡਰਸ਼ਿਪ ਮੁਕਾਬਲੇ ਵਿੱਚ ਕਿਸਮਤ ਅਜ਼ਮਾਈ ਗਈ, ਪਰ ਉਹ ਅਸਫਲ ਰਹੇ। ਸਾਲ 2015 ਵਿੱਚ ਪੈਟਰਿਕ ਬਰਾਊਨ ਪਾਰਟੀ ਲੀਡਰ ਚੁਣੇ ਗਏ ਸਨ ਅਤੇ 2009 ਵਿੱਚ ਟਿਮ ਪੀਸੀ ਲੀਡਰ ਦਾ ਮੁਕਾਬਲਾ ਜਿੱਤੇ ਸਨ। ਪੇਸ਼ੇ ਤੋਂ ਵਕੀਲ 66 ਸਾਲਾ ਕ੍ਰਿਸਟਨ ਪਿਛਲੇ 13 ਸਾਲਾਂ ਤੋਂ ਐਮਪੀ ਹਨ। ਇਹ ਸਭ ਤੋਂ ਪਹਿਲਾਂ 2006 ਵਿੱਚ ਐਮਪੀ ਬਣੇ ਸਨ, ਪਰੰਤੂ 2015 ਦੀ ਲੀਡਰਸ਼ਿਪ ਹਾਰਨ ਤੋਂ ਬਾਅਦ ਉਹਨਾਂ ਨੇ 3 ਸਾਲ ਤੱਕ ਸਿਆਸਤ ਛੱਡੀ ਰੱਖੀ। 2020 ਦੌਰਾਨ ਸਰੀ ਤੋਂ ਇੱਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜੋ ਕਿ ਵੈਲੀ ਨਾਲ ਸੰਬੰਧਿਤ ਹੈ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਇਸ ਘਟਨਾ ਦੇ ਬਾਰੇ ਉਹਨਾਂ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਸਰੀ ਵਿੱਚ ਵਾਪਰੇ ਗੋਲੀਬਾਰੀ ਦੇ ਮਾਮਲੇ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ। ਇਹ ਮਾਮਲਾ 2020 ਦੌਰਾਨ ਸਰੀ ਤੋਂ ਸਾਹਮਣੇ ਆਇਆ ਸੀ। ਸਰੀ ਆਰਸੀਐਮਪੀ ਵੱਲੋਂ ਇੱਕ 26 ਸਾਲਾ ਵਿਅਕਤੀ ਉੱਪਰ ਚਾਰਜਸ ਲਗਾਏ ਗਏ ਨੇ। ਇਹ ਗੋਲੀਬਾਰੀ ਦੀ ਘਟਨਾ ਸਰੀ ਵੈਲੀ ਵਿੱਚ 2020 ਦੌਰਾਨ ਵਾਪਰੀ ਸੀ। ਜਾਣਕਾਰੀ ਲਈ ਦੱਸ ਦਈਏ ਕਿ 8 ਫਰਵਰੀ 2020 ਨੂੰ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਕਿੰਗ ਜਾਰਜ ਬੋਲਵਰਡ ਦੇ 10,600 ਬਲਾਕ ਵਿੱਚ ਗੋਲੀਆਂ ਚੱਲੀਆਂ ਨੇ। ਉਸ ਸਮੇਂ 24 ਸਾਲਾ ਪੀੜਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਦੱਸੀਏ ਕਿ ਹੁਣ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਚੁੱਕੀ ਹੈ। ਸਰੀ ਆਰਸੀਐਮਪੀ ਸੀਰੀਅਸ ਕ੍ਰਾਈਮ ਯੂਨਿਟ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਸੀ, ਜਿੱਥੇ ਉਨ੍ਹਾਂ ਵੱਲੋਂ ਸਸਪੈਕਟ ਦੀ ਡਿਟੇਲ ਹਾਸਿਲ ਕੀਤੀ ਗਈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮਾਰਚ 2020 ਨੂੰ ਇੱਕ ਸਰਚ ਵਾਰੰਟ ਐਗਜ਼ੀਕਿਊਟ ਕੀਤਾ ਗਿਆ। ਇਹ ਸਰਚ ਵਾਰੰਟ ਸਸਪੈਕਟ ਦੇ ਘਰ ਦੇ ਵਿੱਚ ਐਗਜ਼ੀਕਿਊਟ ਕੀਤਾ ਗਿਆ। ਇੱਥੇ ਉਸ ਦੀ ਗ੍ਰਿਫਤਾਰੀ ਹੋਈ ਤੇ ਬਾਅਦ ਵਿੱਚ ਉਸ ਦੀ ਜਾਂਚ ਕੀਤੀ ਜਾ ਰਹੀ ਸੀ। ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਜੋ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ, ਉਸ ਮੁਤਾਬਕ ਗੋਲੀਬਾਰੀ ਦੀ ਘਟਨਾ ਨਾਲ ਸੰਬੰਧਿਤ 26 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਗਿਆ। ਨੋਵਾ ਸਕੋਸ਼ੀਆ ਵੱਲੋਂ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਹੈ। ਇੱਥੇ ਕਈ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਨੋਵਾ ਸਕੋਸ਼ੀਆ ਸੂਬੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਥੇ ਰੈਪਿਡ ਟੈਸਟਿੰਗ ਨੂੰ ਅਜੇ ਵੀ ਜਾਰੀ ਰੱਖਿਆ ਜਾਵੇਗਾ। ਨੋਵਾ ਸਕੋਸ਼ੀਆ ਵੱਲੋਂ ਕੋਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਪਰ ਇਸ ਦੌਰਾਨ ਇਹ ਗੱਲ ਕਹੀ ਜਾ ਰਹੀ ਹੈ ਕਿ ਅਜੇ ਵੀ ਇੱਥੇ ਰੈਪਿਡ ਟੈਸਟਿੰਗ ਨੂੰ ਜਾਰੀ ਰੱਖਿਆ ਜਾਵੇਗਾ। ਅਗਲੇ ਹਫ਼ਤੇ ਤੋਂ ਨੋਵਾ ਸਕੋਸ਼ੀਆ ਸੂਬਾ ਰੀਓਪਨਿੰਗ ਦੇ ਦੂਸਰੇ ਪੜਾਅ ਵਿੱਚ ਦਾਖਲ ਹੋਣ ਜਾ ਰਿਹਾ ਹੈ, ਜਿੱਥੇ ਪਹਿਲਾਂ ਦੇ ਮੁਕਾਬਲੇ ਕਈ ਪਾਬੰਦੀਆਂ ਵਿੱਚ ਢਿੱਲ ਹੋਵੇਗੀ। ਇੱਥੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦਿਆਂ ਇਨਫਾਰਮਲ ਆਊਟਡੋਰ ਐਕਟੀਵਿਟੀਜ਼ ਵਿੱਚ 50 ਜਾਣੇ ਸ਼ਾਮਿਲ ਹੋ ਸਕਣਗੇ। ਇਨਫਾਰਮਲ ਇਨਡੋਰ ਐਕਟੀਵਿਟੀ ਵਿੱਚ 25 ਜਾਣਿਆਂ ਦੀ ਇਜਾਜ਼ਤ ਹੋਵੇਗੀ। ਹੇਅਰ ਸੈਲੂਨ, ਸਪਾ, ਟੈਟੂ ਸ਼ਾਪਸ ਇਹਨਾਂ ਨੂੰ ਹੁਣ 100% ਦੀ ਕਪੈਸਿਟੀ ਨਾਲ ਖੋਲ੍ਹਿਆ ਜਾਵੇਗਾ। ਬਾਰ ਅਤੇ ਰੈਸਟੋਰੈਂਟ ਵਿੱਚ 75% ਦੀ ਕਪੈਸਿਟੀ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਤੀਸਰੇ ਪੜਾਅ ਦੇ ਤਹਿਤ ਰੀਟੇਲ ਬਿਜ਼ਨਸ ਵੀ ਪੂਰੀ ਕਪੈਸਿਟੀ ਨਾਲ ਮੁੜ ਤੋਂ ਖੋਲ੍ਹੇ ਜਾਣਗੇ। ਫੂਡ ਕੋਸਟ 75% ਦੀ ਕਪੈਸਿਟੀ ਨਾਲ ਖੋਲ੍ਹੇ ਜਾ ਸਕਣਗੇ। ਹੁਣ ਨੋਵਾ ਸਕੋਸ਼ੀਆ ਸੂਬੇ ਤੋਂ ਇਸ ਬਾਰੇ ਹੋਰ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। As the Premier said, we are removing the need for proof of vaccine for discretionary activities, so going to restaurants, fitness facilities, participating in sports and arts and culture events on February 28th.
You will still need to show your proof of vaccine, however, in high-risk settings like hospitals and long-term care homes for a while longer, and vaccine mandates for employees in high-risk sectors like healthcare are still in place for now, and we will have more to say on those in the coming days. Proof of vaccination for discretionary activities was always meant to be a temporary measure to protect Nova Scotians. And after nearly 5 months, we're in a place now where it's no longer required for day-to-day activities. Phase 2 will now begin a week earlier on March 7th with some adjustments. Effective March 7th, restaurants and bars, fitness facilities and movie theaters will be able to operate at 75% capacity, with distancing as much as can be achieved within their specific physical space. And the same goes for events, including tournaments and competitions, faith gatherings, receptions, meetings, and so on. The informal gathering limit will remain the same for indoors at 25, but will increase to 50 outdoors. Masks will still be required in indoor public places, including restaurants, gatherings, and events. But starting on March the 7th, you will be able to remove your mask to eat or drink while in your seat at events like at a movie, a concert, or a sports event. And people living with a confirmed case will no longer be required to isolate as long as they do not have symptoms. More details on this and the steps to take, including around testing, will be available starting on March the 7th on the Nova Scotia Health Authority's website. ਕੈਨੇਡਾ ਦੇ ਅਲੱਗ-ਅਲੱਗ ਸੂਬੇ ਹੁਣ ਪਾਬੰਦੀਆਂ ਹਟਾ ਰਹੇ ਨੇ। ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਪਰ ਦੂਜੇ ਪਾਸੇ ਮਾਹਰਾਂ ਵੱਲੋਂ ਬੱਚਿਆਂ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਵੈਕਸੀਨੇਸ਼ਨ ਰੇਟ ਘੱਟ ਹੈ, ਜਿਸ ਕਾਰਨ ਬੱਚਿਆਂ ਵਿੱਚ ਇਸ ਵਾਇਰਸ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇੱਕ ਪਾਸੇ ਕੈਨੇਡਾ ਵਿੱਚ ਕਰੋਨਾ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ, ਪਰ ਦੂਜੇ ਪਾਸੇ ਬੱਚਿਆਂ ਨੂੰ ਲੈ ਕੇ ਮਾਹਰਾਂ ਨੂੰ ਚਿੰਤਾ ਹੈ, ਕਿਉਂਕਿ ਇਹਨਾਂ ਮਾਹਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਵੈਕਸੀਨੇਸ਼ਨ ਰੇਟ ਕਾਫੀ ਘੱਟ ਹੈ। ਕੈਨੇਡਾ ਦੇ ਹਰ ਸੂਬੇ ਵੱਲੋਂ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਹੁਣ ਬੱਚਿਆਂ ਵਿੱਚ ਜੋ ਵੈਕਸੀਨੇਸ਼ਨ ਰੇਟ ਘੱਟ ਹੈ, ਉਸ ਨੂੰ ਲੈ ਕੇ ਮਾਹਰ ਆਪਣੀ ਚਿੰਤਾ ਪ੍ਰਗਟਾਉਂਦੇ ਹੋਏ ਦਿਖਾਈ ਦੇ ਰਹੇ ਨੇ। ਬੱਚਿਆਂ ਨੂੰ ਲੱਗੀ ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 5 ਸਾਲ ਤੋਂ 11 ਸਾਲ ਵਾਲਿਆਂ ਵਿੱਚ 56.5% ਵੱਲੋਂ ਅਜੇ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਹੀ ਹਾਸਲ ਕੀਤੀ ਗਈ ਹੈ। ਬਾਕੀਆਂ ਦੇ ਮੁਕਾਬਲੇ ਬੱਚਿਆਂ ਵਿੱਚ ਵੈਕਸੀਨੇਸ਼ਨ ਰੇਟ ਤੇਜ਼ ਨਹੀਂ ਹੈ, ਜਿਸ ਤੋਂ ਬਾਅਦ ਮਾਹਰ ਵੀ ਚਿੰਤਾ ਵਿੱਚ ਨੇ। ਦੱਸ ਦਈਏ ਕਿ ਕੈਨੇਡਾ ਦੇ ਲਗਭਗ ਸਾਰਿਆਂ ਸੂਬਿਆਂ ਵੱਲੋਂ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਕਈ ਸੂਬੇ ਤਾਂ ਅਜਿਹੇ ਨੇ ਜਿੱਥੋਂ ਤਕਰੀਬਨ ਸਾਰੀਆਂ ਪਾਬੰਦੀਆਂ ਨੂੰ ਹੀ ਹਟਾਇਆ ਜਾ ਰਿਹਾ ਹੈ। ਕਈ ਸੂਬਿਆਂ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ, ਇਸ ਤੋਂ ਇਲਾਵਾ ਕਈਆਂ ਵੱਲੋਂ ਜੋ ਪ੍ਰੂਫ ਆਫ ਵੈਕਸੀਨੇਸ਼ਨ ਲਿਆਂਦਾ ਗਿਆ, ਮੈਂਡੇਟਰੀ ਮਾਸਕ, ਇਸ ਸਭ ਤੋਂ ਰਾਹਤ ਦਿੱਤੀ ਜਾ ਰਹੀ ਹੈ। ਪਰ ਹੁਣ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਪਾਬੰਦੀਆਂ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਬੱਚਿਆਂ ਵਿੱਚ ਇਸ ਵਾਇਰਸ ਦੇ ਫੈਲਣ ਦਾ ਖਤਰਾ ਹੈ, ਕਿਉਂਕਿ ਬੱਚੇ ਅਜਿਹੇ ਵੀ ਨੇ ਜਿਨ੍ਹਾਂ ਵੱਲੋਂ ਅਜੇ ਤੱਕ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ ਗਈ। ਕੈਨੇਡਾ ਵਿੱਚ ਇਸ ਸਮੇਂ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਇਸ ਬਾਰੇ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥੇਰੇਸਾ ਟੇਮ ਬੋਲਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਕਰੋਨਾ ਵਾਇਰਸ ਦੇ ਹਾਲਾਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥੇਰੇਸਾ ਟੇਮ ਵੱਲੋਂ ਕਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਦੇ ਬਾਰੇ ਗੱਲਬਾਤ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਕੈਨੇਡਾ ਵਿੱਚ ਕਰੋਨਾ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ ਤੇ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਸ ਦੇ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਹਿੱਸਿਆਂ ਅੰਦਰ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਸਕਦੇ ਨੇ। ਹੋਰ ਉਹਨਾਂ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Of what we call seroprevalence studies. So they measure, they sample the population and measure the antibody levels using a number of different kind of tests to detect antibodies against different proteins, the spike protein and other proteins of the virus. And you can tell the difference between those who got the immunity, perhaps as a result of vaccination only, or also as a result of infection. We don't have that many of those at this point for the post-Omicron situation. So we will be looking at that very closely. But there are some individual studies, for example, in the Montreal area for children and others that are being reviewed at the moment. And there has certainly been quite a large proportion of individuals who actually had the infection during the Omicron wave. I do think that if it's Omicron that's circulating in the next months, we have a very good level of protection in the community, particularly with boosters
protecting against severe outcomes. But if there's a variant that's very different to Omicron, then that's a different story, and we'll have to evaluate the risk of any vaccine evasive variants. So there is no such a thing as a sort of threshold, as it were, for herd immunity at the moment. But I think the level of protection in the community has got to have significantly risen in the last months with increased vaccine coverage and the infection. And that's the same globally as well. ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਸਾਰੀ ਸਥਿਤੀ ਦੇ ਬਾਰੇ ਜਾਣਕਾਰੀ ਦੇਵਾਂਗੇ ਇਸ ਖਬਰ ਵਿੱਚ। ਓਨਟਾਰੀਓ ਦੇ ਹਸਪਤਾਲ ਅੰਦਰ 821 ਮਰੀਜ਼ਾਂ ਦੀ ਗਿਣਤੀ ਹੈ ਜਿਨ੍ਹਾਂ ਦਾ ਕਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਤੇ ਇੰਟੈਂਸਿਵ ਕੇਅਰ ਅਧੀਨ ਇਹ ਅੰਕੜਾ 262 ਦਾ ਦੱਸਿਆ ਗਿਆ। ਸੂਬੇ ਤੋਂ 24 ਘੰਟਿਆਂ ਦੌਰਾਨ 2085 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਹੁਣ ਤੱਕ ਇੱਥੇ 11,09,493 ਕੇਸਿਸ ਦਰਜ ਕੀਤੇ ਜਾ ਚੁੱਕੇ ਨੇ। ਜਿਹੜੇ ਮਾਮਲੇ 24 ਘੰਟੇ ਦੌਰਾਨ ਸਾਹਮਣੇ ਆਏ, ਇਹਨਾਂ ਵਿੱਚ 207 ਅਨਵੈਕਸੀਨੇਟਡ, 54 ਪਾਰਸ਼ਲੀ ਵੈਕਸੀਨੇਟਡ, 1638 ਫੁੱਲੀ ਵੈਕਸੀਨੇਟਡ ਸ਼ਾਮਲ ਨੇ। ਬੀਤੇ 24 ਘੰਟੇ ਦੌਰਾਨ ਇੱਥੇ 28 ਮੌਤਾਂ ਇਸ ਵਾਇਰਸ ਕਾਰਨ ਹੋਈਆਂ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 12,525 ਦੇ ਉੱਪਰ ਪਹੁੰਚ ਗਿਆ। ਸੂਬੇ ਵਿੱਚ ਰਿਕਵਰ ਕੇਸਿਸ ਦੀ ਗਿਣਤੀ 10 ਲੱਖ ਤੋਂ ਪਾਰ ਦੀ ਹੈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 90.6% ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, 92.7% ਵੱਲੋਂ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 54.3% ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਨੇ। 5 ਸਾਲ ਤੋਂ 11 ਸਾਲ ਵਾਲਿਆਂ 'ਚ 54.8% ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 28.6% ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਗਈਆਂ। ਇੱਥੇ ਟੈਸਟ ਪੋਜ਼ਿਟਿਵਿਟੀ ਰੇਟ 10.7% ਦੱਸਿਆ ਗਿਆ। ਕਿਊਬਿਕ ਵਿੱਚ ਹਸਪਤਾਲ ਅੰਦਰ 1,313 ਮਰੀਜ਼ਾਂ ਦੀ ਗਿਣਤੀ ਹੈ ਤੇ ਇੰਟੈਂਸਿਵ ਕੇਅਰ ਅਧੀਨ 80 ਦੱਸੇ ਗਏ। 24 ਘੰਟੇ ਦੌਰਾਨ ਇੱਥੇ 1,354 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਤੇ 24 ਘੰਟਿਆਂ ਦੌਰਾਨ 16 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਹੁਣ ਤੱਕ ਕੁੱਲ 9,26,920 ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 14,056 ਮੌਤਾਂ ਹੁਣ ਤੱਕ ਇਸ ਵਾਇਰਸ ਕਾਰਨ ਹੋ ਗਈਆਂ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 86% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਲਗਵਾਈਆਂ ਗਈਆਂ। ਇਹ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਦੀ ਉਮਰ 5 ਸਾਲ ਅਤੇ ਇਸ ਤੋਂ ਵੱਧ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਕਈਆਂ ਵੱਲੋਂ ਬੂਸਟਰ ਡੋਜ਼ ਵੀ ਲਗਵਾ ਲਈ ਗਈ ਹੈ। ਜਾਣਕਾਰੀ ਮੁਤਾਬਕ 51% ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਤਿੰਨੋਂ ਟੀਕੇ ਲਗਵਾ ਲਏ ਗਏ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬਣ ਦੀ ਮੌਤ ਬਾਰੇ ਬੋਲੇ ਜੌਨ ਹਾਰਗਨ, ਪਰਿਵਾਰ ਨਾਲ ਕੀਤਾ ਹਾਰਗਨ ਨੇ ਅਫਸੋਸ। ਸੜਕ ਹਾਦਸੇ ਵਿੱਚ 3 ਪੰਜਾਬੀਆਂ ਦੀ ਮੌਤ, ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ। ਬਰੈਂਪਟਨ 'ਚ ਗੋਲਕ ਚੋਰ ਕਾਬੂ, 3 ਪੰਜਾਬੀ ਗ੍ਰਿਫਤਾਰ। AIP ਰਾਹੀਂ ਅਰਜ਼ੀਆਂ ਲੈਣੀਆਂ ਜਲਦ ਸ਼ੁਰੂ, IRCC ਨੇ ਸਾਂਝੀ ਕੀਤੀ ਜਾਣਕਾਰੀ। ਕਈ ਅਫਗਾਨ ਆਏ ਕੈਨੇਡਾ, 8,000 ਤੋਂ ਵੱਧ ਦਾ ਕੀਤਾ ਗਿਆ ਸਵਾਗਤ। ਪਰਮਾਣੂ ਪਲਾਂਟ ਹਮਲੇ ਬਾਰੇ ਬੋਲੇ ਟਰੂਡੋ, ਕਿਹਾ ਨਹੀਂ ਕਰਾਂਗਾ ਇਹ ਬਰਦਾਸ਼ਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਘੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।